ਹੈਲੋ ਸਟੂਡੈਂਟਸ, ਵੈਲਕਮ ਯੂ ਆਲ ਔਨ ਸੀਬੀਸੀ ਆਨਲਾਈਨ ਪਲੇਟਫਾਰਮ। ਸਟੂਡੈਂਟਸ, ਇੱਕ ਵਾਰ ਫਿਰ ਮੈਂ ਨਵੀਂ ਭਰਤੀ ਦੇ ਨਾਲ, ਨਵੀਂ ਭਰਤੀ ਦੀ ਇਨਫੋਰਮੇਸ਼ਨ ਦੇ ਨਾਲ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਪੀਐਸਪੀਸੀਐਲ ਡੇਟ ਉੱਪਰ ਡੇਟ ਦੇ ਰਿਹਾ ਸੀ। ਮੈਂ ਅੱਜ ਨੋਟੀਫਿਕੇਸ਼ਨ ਕੱਢਾਂਗਾ, ਅੱਜ ਕੱਢਾਂਗਾ 15 ਡੇਟਾਂ ਦੀਆਂ ਡੇਟ ਪੇ ਡੇਟ ਦੇ ਰਿਹਾ ਸੀ। ਜਿਵੇਂ ਫਿਲਮ ਦਾ ਡਾਇਲੋਗ ਵੀ ਹੈਗਾ, ਡੇਟ ਪੇ ਡੇਟ, ਹੈ ਨਾ। ਡੇਟ ਪੇ ਡੇਟ ਦੇ ਰਿਹਾ ਸੀਗਾ। ਕੀ ਕਹਿ ਰਿਹਾ ਸੀਗਾ, ਮੈਂ 15 ਤੋਂ ਬਾਅਦ ਨੋਟੀਫਿਕੇਸ਼ਨ ਕੱਢਾਂਗਾ, 15 ਦਿਨਾਂ ਤੋਂ ਬਾਅਦ ਕੱਢਾਂਗਾ। ਫਾਈਨਲੀ ਪੀਐਸਪੀਸੀਐਲ ਨੇ ਨੋਟੀਫਿਕੇਸ਼ਨ ਆਊਟ ਕਰ ਦਿੱਤੀ ਗਈ ਹੈ। ਠੀਕ ਹੈ ਜੀ, ਪੀਐਸਪੀਸੀਐਲ ਦੀ ਫੁੱਲ ਨੋਟੀਫਿਕੇਸ਼ਨ ਆ ਚੁੱਕੀ ਹੈ। ਇਸ ਦੇ ਵਿੱਚ ਕੀ ਕੁਛ ਹੈਗਾ ਮੈਂ ਦੱਸਾਂਗਾ। ਠੀਕ ਹੈ ਜੀ, ਇਸ ਨੋਟੀਫਿਕੇਸ਼ਨ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਤਾਂ ਤੁਸੀਂ ਇੰਪੋਰਟੈਂਟ ਡੇਟਸ ਦੀ ਗੱਲ ਕਰੋ। ਇੰਪੋਰਟੈਂਟ ਡੇਟਸ ਦੇ ਵਿੱਚ ਆਨਲਾਈਨ ਐਪਲੀਕੇਸ਼ਨ ਕਦੋਂ ਸ਼ੁਰੂ ਹੋਣਗੇ? 31/5 ਨੂੰ। ਸਭ ਤੋਂ ਕਹਿ ਦੋ ਵੀ ਇੱਕ ਦੂਰ ਦੀ ਸੋਚੀ, ਦੂਰ ਦ੍ਰਿਸ਼ਟੀ ਨਾਲ ਕੰਮ ਕੀਤਾ। 31/5 ਤੋਂ ਇਹਨਾਂ ਦੇ ਫਾਰਮ ਸ਼ੁਰੂ ਹੋਣਗੇ। ਠੀਕ ਹੈ, ਪੂਰੇ ਕਹਿ ਦੋ, ਮੰਨ ਕੇ ਚਲੋ ਵੀ ਪੂਰੇ 10 ਦਿਨਾਂ ਬਾਅਦ ਇਹਨਾਂ ਦੇ ਫਾਰਮ ਸ਼ੁਰੂ ਹੋਣਗੇ। ਠੀਕ ਹੈ ਰਾਜੇ, 20 ਜੂਨ ਇਸ ਦੀ ਲਾਸਟ ਡੇਟ ਹੈ। 31 ਮਈ ਤੋਂ ਫਾਰਮ ਸਟਾਰਟ ਹੋਣਗੇ, 20 ਜੂਨ ਲਾਸਟ ਡੇਟ ਹੈ। ਠੀਕ ਹੈ ਜੀ, ਤੇ 2 ਜੁਲਾਈ ਇਸ ਦੀ ਲਾਸਟ ਫੀਸ ਭਰਨ ਦੀ ਡੇਟ ਹੈ। ਇਸ ਵਿੱਚ ਕੀ ਕੁਛ ਹੈਗਾ ਪੀਐਸਪੀਸੀਐਲ ਦੇ ਵਿੱਚ, ਇਸ ਵਾਰੀ ਆਪਾਂ ਗੱਲ ਕਰਾਂਗੇ। ਠੀਕ ਹੈ ਰਾਜੇ, ਸਭ ਤੋਂ ਪਹਿਲਾਂ ਤਾਂ ਆਪਾਂ ਇਸ ਤੇ ਨੋਟੀਫਿਕੇਸ਼ਨ ਕੀ ਹੈਗਾ, ਕੈਟਾਗਰੀ ਵਾਈਜ਼ ਬ੍ਰੇਕਅਪ ਆਫ ਦਾ ਪੋਸਟਸ, ਰੈਵਨਿਊ ਅਕਾਊਂਟੈਂਟ ਐਂਡ ਕਲਰਕ। ਹੁਣ ਇਹਦੇ ਚ ਕੀ ਆ ਗਿਆ, ਜਰਨਲ ਦੀਆਂ ਵੈਕੈਂਸੀਜ਼ ਕਿੰਨੀਆਂ ਰਾਜੇ? 214 ਹੈਗੀਆਂ ਨੇ ਕਲਰਕ ਦੀਆਂ ਵੈਕੈਂਸੀਜ਼, ਤੇ ਰੈਵਨਿਊ ਅਕਾਊਂਟੈਂਟ ਦੀਆਂ 12 ਵੈਕੈਂਸੀਜ਼ ਨੇ। ਠੀਕ ਹੈ ਰਾਜੇ, ਇਸ ਤੋਂ ਇਲਾਵਾ EWS ਦੀਆਂ ਵੈਕੈਂਸੀਜ਼ 00, ਕਲਰਕ ਦੀਆਂ ਜ਼ਰੂਰ 55 ਵੈਕੈਂਸੀਜ਼ ਹੈਗੀਆਂ ਨੇ। ਠੀਕ ਹੈ ਜੀ, ਇਸ ਤੋਂ ਇਲਾਵਾ ਜੇ ਆਪਾਂ ਐਸਸੀ ਮਜਬੀ ਬਾਲਮੀਕੀ ਇਸ ਦੀ ਗੱਲ ਕਰਨੇ ਆ, 2 ਰੈਵਨਿਊ ਦੀਆਂ ਨੇ। ਠੀਕ ਹੈ ਰਾਜੇ, ਐਂਡ 55 ਉਹਨਾਂ ਦੀਆਂ ਕੋਆਪਰੇਟਿਵ ਦੀਆਂ ਨੇ। ਸੌਰੀ, ਕੋਆਪਰੇਟਿਵ ਬੋਲ ਕੇ ਸਾਰਾ ਦਿਨ। ਠੀਕ ਹੈ ਜੀ, 55 ਕਿੰਨੀਆਂ ਨੇ? ਕਲੈਰੀਕਲ ਦੀਆਂ। ਠੀਕ ਹੈ ਰਾਜੇ, ਉਸ ਤੋਂ ਬਾਅਦ ਆਪਾਂ ਗੱਲ ਕਰਨੇ ਆ ਰਾਜੇ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਹਾਂਜੀ ਟੋਟਲ ਗੱਲ ਕਰਨੇ ਆਪਾਂ। ਟੋਟਲ ਇਹਦੇ ਵਿੱਚ ਕੀ ਹੈ, 549 ਪੋਸਟਾਂ ਕਿੰਨੀਆਂ ਟੋਟਲ ਕਲੈਰੀਕਲ ਦੀਆਂ ਨੇ। ਠੀਕ ਹੈ ਰਾਜੇ, ਤਾਂ ਤੁਸੀਂ ਧਿਆਨ ਚ ਰੱਖਣਾ, ਟੋਟਲ ਜਿਹੜੀਆਂ ਹੈਗੀਆਂ ਨੇ ਉਹ 549, ਹਾਂਜੀ 549 ਟੋਟਲ ਵੈਕੈਂਸੀਜ਼ ਨੇ। ਟੋਟਲ ਨੰਬਰ ਆਫ ਵੈਕੈਂਸੀਜ਼ ਕਿੰਨੀਆਂ ਨੇ? 549 ਕਲਰਕ ਦੀਆਂ ਨੇ, ਅਤੇ 18 ਜਿਹੜੀਆਂ ਨੇ ਉਹ ਰੈਵਨਿਊ ਅਕਾਊਂਟੈਂਟ ਦੀਆਂ ਨੇ। ਠੀਕ ਹੈ ਰਾਜੇ, ਇਸ ਤੋਂ ਇਲਾਵਾ ਟੈਕਨੀਕਲ ਵੈਕੈਂਸੀਜ਼ ਵੀ ਆਊਟ ਹੋ ਚੁੱਕੀਆਂ ਜੀ। ਟੈਕਨੀਕਲ ਵੈਕੈਂਸੀਜ਼ ਦੇ ਵਿੱਚ JEE ਐਂਡ JEE ਇਲੈਕਟ੍ਰੀਕਲ, ਇਸ ਤੋਂ ਵਾਲਾ ALM ਐਂਡ ਅਸਿਸਟੈਂਟ ਸਬ ਸਟੇਸ਼ਨ ਦੀਆਂ ਵੀ ਵੈਕੈਂਸੀਜ਼ ਆਊਟ ਹੋਈਆਂ ਨੇ। ਤਾਂ ਵੈਕੈਂਸੀਜ਼ ਕਾਫੀ ਨੇ। ਵੈਕੈਂਸੀਜ਼ ਦੀ ਗੱਲ ਕਰੀਏ, ਵੈਕੈਂਸੀਜ਼ ਕਾਫੀ ਨੇ। ਦੇਖੋ ਜਰਨਲ ਦੇ ਵਿੱਚ ਕਿੰਨੀਆਂ ਨੇ ਰਾਜੇ? ਜਰਨਲ ਦੇ ਵਿੱਚ ਕਿੰਨੀਆਂ ਨੇ? 663 ਵੈਕੈਂਸੀਜ਼। ਠੀਕ ਹੈ ਰਾਜੇ, ਟੋਟਲ ਵੈਕੈਂਸੀਜ਼ ਦੀ ਗੱਲ ਕਰੀਏ। ਠੀਕ ਹੈ, JEE ਦੀਆਂ 30 ਵੈਕੈਂਸੀਜ਼ ਨੇ, ਇਸ ਤੋਂ ਇਲਾਵਾ ALM ਦੀਆਂ 663 ਵੈਕੈਂਸੀਜ਼ ਨੇ। ਠੀਕ ਹੈ ਜੀ, ਤਾਂ ਵੈਕੈਂਸੀਜ਼ ਤੇ ਵੈਕੈਂਸੀਜ਼ ਆ ਰਹੀਆਂ, ਤੁਸੀਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਪੀਐਸਪੀਸੀਐਲ ਦੀ ਵੈਬਸਾਈਟ ਤੇ। ਠੀਕ ਹੈ ਜੀ, ਹੋਰ ਇਸ ਤੋਂ ਇਲਾਵਾ ਆਪਾਂ ਰਿਕੁਆਇਰਮੈਂਟ ਕੀ ਮੰਗੀ ਹੈ? 1/21 ਦੇ ਅਕੋਰਡਿੰਗ ਰਿਕੁਆਇਰਮੈਂਟ ਮੰਗੀ ਇਹਨਾਂ ਨੇ। ਠੀਕ ਹੈ ਜੀ, ਕੀ ਰਿਕੁਆਇਰਮੈਂਟ ਹੋਵੇਗੀ ਇਹਨਾਂ ਦੇ ਵਿੱਚ? ਮੇਨਲੀ ਤੁਹਾਨੂੰ BA ਵਗੈਰਾ ਵੀ ਪਾਸ, ਗ੍ਰੈਜੂਏਸ਼ਨ ਪਾਸ ਹੀ ਮੰਗੀ ਹੋਵੇਗੀ। ਆਪਾਂ ਪੜ੍ਹ ਲੈਨੇ ਆ, ਇੱਥੇ ਕਿਤੇ ਮੈਂਸ਼ਨ ਹੋਣਾ ਹੈ। ਠੀਕ ਹੈ, ਹਾਂਜੀ। ਕੁਆਲੀਫਿਕੇਸ਼ਨ ਦੀ ਗੱਲ ਕਰੀਏ, ਰੈਵਨਿਊ ਅਕਾਊਂਟੈਂਟ ਵਾਸਤੇ ਕੀ ਹੈ ਜੀ? BCom ਕੀਤੀ ਹੋਣੀ ਚਾਹੀਦੀ ਹੈ 50% ਨੰਬਰ, ਸੌਰੀ 60% ਨੰਬਰ ਦੇ ਨਾਲ, 60% ਨੰਬਰ ਦੇ ਨਾਲ BCom ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ ਕਲੈਰੀਕਲ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਤੁਸੀਂ ਬੈਚਲਰ ਕੀਤੀ ਹੋਣੀ ਚਾਹੀਦੀ, ਮੀਨ ਡਿਗਰੀ ਪਾਸ ਹੋਣਾ ਚਾਹੀਦੇ ਹੋ ਤੁਸੀਂ। ਠੀਕ ਹੈ ਜੀ, ਤੇ 120 ਘੰਟਿਆਂ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਰਾਜੇ। ਇਹ ਕੁਆਲੀਫਿਕੇਸ਼ਨ ਮੇਨ ਇਹਨਾਂ ਦੀ। ਠੀਕ ਹੈ, ਤਾਂ ਤੁਸੀਂ ਜਿਹੜਾ ਹੈਗਾ ਹੈ, ਇਸ ਤੋਂ ਇਲਾਵਾ ਤੁਸੀਂ ਪੰਜਾਬੀ ਵੀ ਕੀਤੀ ਹੋਣੀ ਚਾਹੀਦੀ ਹੈ। ਪੰਜਾਬੀ ਦਾ ਆਲਰੇਡੀ ਮੰਗਦੇ ਨੇ, ਪੰਜਾਬੀ ਵੀ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੀ ਉਹਨਾਂ ਕਿਹਾ ਹੈ? ਕੈਂਡੀਡੇਟ ਵਿਲ ਬੀ ਰਿਕੁਆਇਰਡ ਟੂ ਪਾਸ ਇੰਗਲਿਸ਼ ਐਂਡ ਪੰਜਾਬੀ ਟਾਈਪਿੰਗ ਟੈਸਟ ਐਸ ਪਰ PSPC ਰਿਕੁਆਇਰਮੈਂਟ ਵਿਦ ਇਨ ਪ੍ਰੋਬੇਸ਼ਨ। ਮੀਨਸ ਪੰਜਾਬੀ ਤੇ ਇੰਗਲਿਸ਼ ਦਾ ਟਾਈਪਿੰਗ ਟੈਸਟ ਜ਼ਰੂਰ ਹੋਵੇਗਾ, ਪਰ ਜੁਆਇਨਿੰਗ ਤੋਂ ਬਾਅਦ ਲੈਣਗੇ, ਪਹਿਲਾਂ ਨਹੀਂ ਲੈਣਗੇ। ਪਹਿਲਾਂ ਤੁਹਾਨੂੰ ਪੇਪਰ ਲੈ ਕੇ ਤੁਹਾਡੇ ਸਿਲੈਕਸ਼ਨ ਕਰਵਾ ਕੇ ਜੁਆਇਨ ਕਰਵਾ ਲੈਣਗੇ। ਪ੍ਰੋਬੇਸ਼ਨ ਦੇ ਵਿੱਚ ਤੁਹਾਡਾ ਟਾਈਪਿੰਗ ਟੈਸਟ ਹੋਵੇਗਾ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਸਿੱਧਾ ਇੱਕ ਪੇਪਰ ਹੈ। ਤੁਸੀਂ ਆਪਣੀ ਤਿਆਰੀ ਨੂੰ 100% ਦੇਵੋ। ਠੀਕ ਹੈ ਰਾਜੇ, ਤਾਂ ਜਿਹੜਾ ਹੈਗਾ, ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਟੈਕਨੀਕਲ ਵੈਕੈਂਸੀਜ਼ ਦੀ ਗੱਲ ਕਰੀਏ, ਤਾਂ ਟੈਕਨੀਕਲ ਵੈਕੈਂਸੀਜ਼ 'ਚ JEE ਦੀ ਵੈਕੈਂਸੀਜ਼ ਲਗਾ ਲਓ ਤੁਸੀਂ। JEE ਇਲੈਕਟ੍ਰੀਕਲ ਵਾਸਤੇ ਇਲੈਕਟ੍ਰੀਕਲ। ਠੀਕ ਹੈ ਜੀ, ਇਲੈਕਟ੍ਰੀਕਲ ਵਾਸਤੇ ਉਹਨਾਂ BTech, ਕੋਈ BTech ਜਿਹੜਾ 3 ਤੋਂ 4 ਸਾਲ ਦਾ ਡਿਪਲੋਮਾ ਹੁੰਦਾ। ਠੀਕ ਹੈ, ਡਿਪਲੋਮਾ ਵਗੈਰਾ ਕੀਤਾ ਹੋਣਾ ਚਾਹੀਦਾ, ਜਾਂ BTech BSc ਇੰਜੀਨੀਅਰਿੰਗ ਕੀਤੀ ਹੋਣੀ ਚਾਹੀਦੀ ਹੈ। ਤਾਂ ਫੁੱਲ ਐਡਵਰਟਾਈਜ਼ਮੈਂਟ ਦੇਖ ਸਕਦੇ ਹੋ ਰਾਜੇ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਏਜ ਲਿਮਿਟ ਦੀ ਕਰੀਏ। ਏਜ ਲਿਮਿਟ ਕਿੰਨੀ ਮੰਗੀ ਇਹਨਾਂ ਨੇ? 18 ਤੋਂ 37 ਸਾਲ ਏਜ ਲਿਮਿਟ ਹੈ। ਇਹ ਗੱਲ
याद रखना तुसीं, ठीक है राजे। उस तो इलावा आप पेपर की गल करिए हुण, जे मेन मुद्दे की गल करिए, रेवन्यू अकाउंटेंट दे विच की है राजे 70 नंबर का आएगा अकाउंटेंट मटीरियल, ठीक है। 10 नंबर की आएगी जीके, 10 की आएगी रीजनिंग ते क्वांट, ते 10 की आएगी इंग्लिश। टोटल 100 मार्क्स का पेपर है। क्लैरिकल की गल करिए राजे, क्लैरिकल दे विच की है, हाँ जी खड़ जा बई, क्लैरिकल की गल करिए, क्लैरिकल दे विच स्टैटिक जीके मीनस अपनी जो हिस्टरी पॉलिटी जियोग्राफी होगी जां, ठीक है। उस तो इलावा जनरल नॉलेज ते करंट ये आउणगे 20 मार्क्स का आएगा। कंप्यूटर आएगा 10 मार्क्स का आएगा। लॉजिकल रीजनिंग एंड क्वांटिटेटिव एप्टीट्यूड 25 मार्क्स का आएगा, ठीक है जी। न्यूमेरिकल अबिलिटी 25 मार्क्स की आएगी, तो इंग्लिश 20 मार्क्स की आएगी। बहुत वधिया कॉम्बिनेशन मानता मैं इस चीज़ का, एक कह दो एक बैलेंस्ड कॉम्बिनेशन है, ठीक है। हर सबजैक्ट में तवज्जो दी गई है, ठीक है राजे। इस तो इलावा टैक्नीकल फील्ड के 70 नंबर का तुहाडा टैक्नीकल आएगा, 10 की जीके आएगी, 10 की रीजनिंग आएगी, 10 की इंग्लिश आएगी, ठीक है ना जी। ये बाईलैंगुअल ਜਿਹੜਾ ਹੈਗਾ ਉਹ ਬਾਈਲੈਂਗੁਅਲ पेपर ਹੋਵੇਗਾ, इंग्लिश ਤੇ ਪੰਜਾਬੀ ਦੇ ਵਿੱਚ ऑनलाइन पेपर ਹੋਵੇਗਾ। याद रखना ऑनलाइन एग्जाम होवेगा, ठीक है राजे जी। ਹੁਣ ਆਪਾਂ ਗੱਲ ਕਰੀਏ ऑनलाइन एग्जाम ਜਿਹੜਾ ਹੋਵੇਗਾ, हाँ जी। ਹੁਣ ਕੀ ਹੈਗਾ ਇਹਨਾਂ ਨੇ ऑनलाइन एग्जाम करता, ठीक। ऑनलाइन एग्जाम ਚ ਕੀ ਹੈਗਾ, ऑनलाइन एग्जाम फॉर द पोस्ट ऑफ रेवेन्यू अकाउंटेंट, असिस्टेंट लाइनमैन एंड असिस्टेंट सब स्टेशन अटेंडेंट विल बी कंडक्टेड इन सिंगल फेस। देयर विल बी वन एग्जाम फॉर दिस। कहने का मतलब हैगा भी इन्होंने हुण की करता, इन्होंने जो हैगे ने अपने रेवन्यू अकाउंटेंट हो गए ਜਾਂ लाइनमैन हो गए, ठीक है। इस तो इलावा जो बच्चे हैगे ने सब स्टेशन अटेंडेंट, इन्होंने वास्ते एक फेस एक पेपर रखता, ठीक है। हुण जो बच्चों ने क्लर्क लगना, जो बच्चों ने ਜਾਂ जेई लगना है, उन्होंने वास्ते इन्होंने 2 फेस एग्जाम रखा है, प्रीलियम्स ते मेन रखा है। गल याद रखनी, क्लर्क वास्ते ते जेई वास्ते प्रीलियम होवेगा ते मेन्स भी होवेगा। तुसीं चकने ने फट्टे, ठीक है। पंजाब सरकार ने फट्टे चकते, हुण तुसीं फट्टे चकने ने। इन्हां की किया गया, इहदे च की किया उन्होंने, ठीक है। की क्या उन्होंने प्रीलिम्स एग्जाम्स की होगा राजे 100 मार्क्स का पहला ऑब्जेक्टिव टेस्ट होगा, फिर उन्होंने मेन्स लैणगे। मेन्स लैण वास्ते तुहाडे प्री चों 4 गुणा बच्चे बुलाउणगे, ठीक है। तो तुसीं 4 गुणा बच्चे बुलाने ने, मान के चलो अपने को 100 का 100 नूं 4 नाल गुणा करो, 400 बच्चा बुलाउणगे। एक एग्जाम्पल लै रहे हैं, बाकी वैकेंसीज के अकॉर्डिंग आपां गल करने आ। हुण याद रखना क्लर्क वास्ते की हो रहा है, प्री मेन पेपर हो रहा है, चक दो फट्टे, ठीक है। प्री मेन सरकार ने तो आपां नूं यूपीएससी वांगू पीसीएस वांगू प्री मेन देन लग गए, प्री मेन की खेडां खेडन लग गई कैप्टन सरकार हुण अपने नाल, ठीक है। तो आपां पिछे नहीं हटना, आपां भी पूरी हिक जमाउणी, आपदी हक जमाउणा है। हाँ भी असीं प्री भी पास करांगे, मेन भी पास करांगे, क्योंकि तुहाडे नाल एक बहुत वधिया इंस्टीट्यूट जुड़े हुए हैं, ठीक है जी। वो तुहानूं पूरी वधिया तैयारी कराउणगे, ठीक है। उस तो इलावा हुण आपां की गल करिए जनरल कैटेगरी वास्ते 45% क्वालीफाइंग मार्क ने। गल करिए मार्क्स ने 45%, 100 चों 45% तुसीं नंबर लैने ने, एवें गल नहीं बननी तुहाडी, ठीक है राजे। तो हुण याद रखना 2 फेस एग्जाम होवेगा, कोई इंटरव्यू नहीं, कोई इंटरव्यू नहीं, आपका सीधा पेपर होवेगा, ठीक है। हुण नॉर्मलाइजेशन तो होवेगी, नॉर्मलाइजेशन का तो टाइम चलता पिया, हर पेपर च नॉर्मलाइजेशन करते पे ने, ठीक है। इस तो इलावा अबाउट टेस्ट, हुण टेस्ट होवेगा तुहाडे ऑनलाइन टेस्ट होवेगा राजे, याद रखना जी ऑनलाइन टेस्ट हो रहा जी, ठीक है जी। फाइनल मैरिट बनेगी तुहाडी, उस तो बाद तुहानूं ज्वाइन करा दिता जाएगा, ठीक है। तो एक वालियां गल्लां याद रखना जी, PSSB दी भर्ती आ चुकी है, तो बहुत ही बंपर वैकेंसी इस बार आई है, ठीक है जी। बट प्री मेन का रौला पै गया, प्री मेन दियां खेडां खेडन लग गई सरकार, पर तुसीं पिछे नहीं हटना, भावें 3 फेस पेपर रख दें, तुसीं पास करना है। हौसला रखो, ठीक है, जज्बा रखो, ताकि तुसीं अपना पेपर क्लीयर कर सको। ओके, थैंक यू, बेस्ट ऑफ लक। बाकी मिलते हैं नैक्सट सैशन में, अपना 9 बजे सैशन भी आ रहा है, लाइव क्लास आ रही है अपनी, ठीक है। 9 बजे तुसीं सारे बच्चों ने लाइव होना है, उत्थे आपां वट कड्डांगे जीके दे, ठीक है। ओके, थैंक यू।